ਉਹਦੀ ਰਜ਼ਾ ਕਰਤੇ ਮਾਲਕ ਵਾਹਿਗੁਰੂ ਦੀ। ਸਾਹਿਬ ਜੀ ਦੱਸਦੇ ਨੇ ਉਹਦਾ ਭਾਣਾ, ਉਹਦਾ ਹੁਕਮ ਹੈ ਹਰੇਕ ਰੂਪ ਦੇ ਅੰਦਰ। ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ। ਵੇਖੋ ਕਿਸੇ ਘਰ ਅੱਜ ਬਰਾਤਾਂ ਚੜ੍ਹ ਰਹੀਆਂ ਹੋਣਗੀਆਂ, ਕਿਸੇ ਘਰ ਮੈਨੂੰ ਕਹਿਣ ਦੇਣਾ, ਮਾਫ ਕਰਨਾ, ਹੋ ਸਕਦਾ ਸੋਗ ਵੀ ਕੋਈ ਮਨਾ ਰਿਹਾ ਹੋਵੇ। ਕਿਤੇ ਮੌਤ ਹੋਏਗੀ, ਕਿਤੇ ਵਿਆਹ ਹੋਏਗਾ, ਕਿਤੇ ਜੰਮਣ ਕਿਤੇ ਮਰਨ ਹੋਏਗਾ। ਗੁਰਦੇਵ ਕਹਿੰਦੇ ਕਰਨ ਕਰਾਵਣ ਵਾਹਿਗੁਰੂ, ਆ ਖੇਡ ਹੈ ਉਹਦੀ। ਤੇ ਵੇਖੋ ਗਿਆਨੀ ਹੈ ਹੀ ਉਹ ਜਿਹੜਾ ਇਹਨੂੰ ਖੇਡ ਨੂੰ ਖੇਡ ਸਮਝ ਲੈਂਦਾ, ਜਿਹਨੂੰ ਸਮਝ ਆ ਗਈ ਰੱਬ ਦੇ ਪਿਆਰੇ ਨੂੰ ਵੀ ਵਾਕਿਆ ਹੀ ਖੇਡ ਹੈ। ਅਗਿਆਨੀ ਉਹ ਹੈ ਜਿਹੜਾ ਖੇਡ ਨੂੰ ਸੱਚ ਕਰਕੇ ਜਾਣਦਾ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਖੇਡ ਨੂੰ ਖੇਡ ਸਮਝਿਆ ਜਿੰਨੇ, ਠੀਕ ਹੈ, 2-4 ਘੰਟੇ ਖੇਡ ਵੇਖੀ, ਆਪਣੇ ਘਰ ਤੁਰ ਪਿਆ, ਉਹ ਕਦੇ ਦੁਖੀ ਨਹੀਂ ਹੋਏਗਾ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂ ਨਹੀਂ ਦੁਖੀ ਹੋਏ? ਸਰੀਰ ਤੇ ਸਾਡੇ ਵਰਗਾ ਸੀ। ਗੁਰਦੇਵ ਕਹਿੰਦੇ ਕਿਉਂਕਿ ਵੀ ਮੈਂ ਤਮਾਸ਼ਾ ਵੇਖਣ ਆਇਆ ਬਸ। ਤੇ ਅਸੀਂ ਤੇ ਕਹਿੰਦੇ ਵੀ ਨਹੀਂ, ਇੱਥੇ ਸੱਚ ਜੋ ਕੁਝ ਹੈ ਮੇਰਾ ਹੀ ਹੈ। ਇਤਨੀ ਕੁ ਪਕੜ ਮਨੁੱਖ ਨੇ ਬਣਾ ਲਈ ਜੀਵਨ ਅੰਦਰ। ਤੇ ਜਿਹੜਾ ਤਮਾਸ਼ੇ ਨੂੰ ਸੱਚ ਜਾਣ ਲੈ ਉਹ ਸੁਖੀ ਨਹੀਂ ਰਹਿ ਸਕੇਗਾ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਗਿਆਨੀ ਦੀ, ਇਹ ਮਨ ਦੇ ਅਨੁਭਵ ਦੀ ਅਵਸਥਾ ਹੈ। ਤੇ ਗੁਰੂ ਕਾ ਸ਼ਬਦ ਸਾਨੂੰ ਉੱਥੋਂ ਲਿਜਾਣਾ ਚਾਹੁੰਦਾ ਹੈ ਵੀ ਤਾਂ ਜੋ ਸਾਡੀ ਯਾਤਰਾ ਸ਼ੁਰੂ ਹੋ ਸਕੇ। ਸੰਸਾਰ ਦਾ ਦੀ ਯਾਤਰਾ ਸ਼ੁਰੂ ਹੋ ਗਈ ਜਦੋਂ ਦੇ ਜਨਮੇ ਹਾਂ, ਜਦੋਂ ਦੇ ਜਨਮੇ ਹਾਂ। ਪਰ ਧਰਮ ਦੀ ਯਾਤਰਾ ਉਦੋਂ ਸ਼ੁਰੂ ਹੈ ਜਦੋਂ ਮਨ 'ਚ ਜਾਗਰਤੀ ਆਏਗੀ। ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਹਾਂ, ਸੰਸਾਰ ਦਾ ਜਨਮ ਮਰਨ ਵਿੱਚ ਬਦਲਦਾ ਹੈ। ਤੇ ਜਿਨ੍ਹਾਂ ਨੂੰ ਗੁਰੂ ਕੋਲੋਂ ਜੀਵਨ ਮਿਲ ਗਿਆ, ਉੱਥੇ ਫਿਰ ਗੁਰਦੇਵ ਕਹਿੰਦੇ ਚੀਜ਼ਾਂ ਨਹੀਂ ਵਰਦੀਆਂ। ਉਹਦੀ ਸੁਰਤ, ਉਹਦਾ ਧਿਆਨ, ਉਹਦਾ ਅਨੁਭਵ ਬਹੁਤ ਗਹਿਰਾ ਹੋ ਜਾਂਦਾ। ਤੋ ਗੁਰਦੇਵ ਆਖਦੇ ਨੇ ਆ ਜਿਹੜੀ ਮਾਲਕ ਦੀ ਰਚਨਾ ਹੈ, ਕਬਹੂ ਸੋਗ ਹਰਖ ਰੰਗ ਹਸੈ। ਕਿਤੇ ਸੋਗ ਹੈ, ਕਿਤੇ ਹਾਸਿਆ ਹੈ, ਬੜੇ ਤਮਾਸ਼ੇ ਨੇ। ਕਬਹੂ ਨਿੰਦ ਚਿੰਦ ਵਿਵਹਾਰ, ਕੋਈ ਜੀਵਨ ਨਿੰਦਾ ਵਿੱਚ ਪਿਆ, ਚਿੰਤਾ ਵਿੱਚ ਪਿਆ। ਇੱਕੋ ਜਿਹਾ ਕੁਝ ਵੀ ਨਹੀਂ। ਤੇ ਜਿਵੇਂ ਜਿਵੇਂ ਕਿਸੇ ਨੂੰ ਸਮਝ ਆਇਆ ਉਸੇ ਉਸੇ ਦਾ ਅਨੁਭਵ ਹੋ ਰਿਹਾ, ਉਸੇ ਨੂੰ ਮਾਣੇਗਾ ਜ਼ਰੂਰ। ਜਿਸ ਜਿਸ ਤਲ ਤੇ ਕੋਈ ਜੀ ਰਿਹਾ, ਵੈਸਾ ਅਨੁਭਵ, ਵੈਸੀ ਆਭੂਤੀ ਹੁੰਦੀ ਹੈ। ਤੋ ਗੁਰਦੇਵ ਕਹਿੰਦੇ ਨਿੰਦ ਚਿੰਦ ਵਿਵਹਾਰ ਵੀ ਹੈ, ਕਿਤੇ ਨਿੰਦਾ ਹੈ, ਕਿਤੇ ਚਿੰਤਾ ਹੈ। ਕਬਹੂ ਊਬ ਆਕਾਸ਼ ਪਿਆਲ। ਊਬ ਦਾ ਅਰਥ ਹੈ ਬਹੁਤ ਉੱਚਾ, ਆਕਾਸ਼ ਵਿੱਚ। ਕਦੇ ਗੁਰਦੇਵ ਕਹਿੰਦੇ ਜੀਵਨ ਬਹੁਤ ਉੱਚਾ ਹੈ, ਵਿਚਾਰ ਬੜੇ ਉੱਚੇ ਨੇ, ਤੇ ਕਦੇ ਬੜੇ ਨੀਵੇਂ ਹੋ ਗਏ, ਬਹੁਤ ਨੀਵਾਂ ਚਲਾ ਗਿਆ। ਕਦੇ ਉੱਚਾ ਹੈ, ਕਦੇ ਨੀਵਾਂ ਹੈ, ਉਤਰਾ ਚੜਾ ਜੀਵਨ ਵਿੱਚ ਵਰਤਦਾ ਹੈ। ਕਬਹੂ ਬੇਤਾ ਬ੍ਰਹਮ ਵਿਚਾਰ, ਬੇਤਾ ਜਾਣਨ ਵਾਲਾ। ਗੁਰਦੇਵ ਕਹਿੰਦੇ ਕਿਤੇ ਬਹੁਤ ਗਹਿਰੀ ਸਮਝ ਹੈ ਜੀਵਨ ਦੀ, ਬ੍ਰਹਮ ਦੀ, ਬੜਾ ਸੂਖਸ਼ਮ ਹੈ ਬ੍ਰਹਮ। ਉਹਦੇ ਅਨੁਭਵ ਵਾਸਤੇ ਸੁਰਤ ਅਨੁਭਵ ਵੀ ਉਤਨਾ ਹੀ ਸੂਖਸ਼ਮ ਚਾਹੀਦਾ ਹੈ। ਬੇਤਾ ਅਸਲੀਅਤ, ਤਤ ਬੇਤਾ ਹੈ। ਕਦੇ ਸਾਹਿਬ ਕਹਿੰਦੇ ਉਸ ਰੂਪ ਦੇ ਅੰਦਰ ਵਿਚਾਰ ਹੈ। ਨਾਨਕ ਆਪ ਮਿਲਾਵਣ ਹਾਰ। ਗੁਰਦੇਵ ਕਹਿੰਦੇ ਅਸਲ ਵਿੱਚ ਨਾਨਕ ਮਾਲਕ ਵਾਹਿਗੁਰੂ ਆਪ ਮਿਲਾਉਣ ਵਾਲਾ ਹੈ। ਜੇ ਮਿਲਾਪ ਦੀ ਦਾਤ ਮਿਲੀ ਹੈ, ਉਹ ਵੀ ਮਾਲਕ ਵਾਹਿਗੁਰੂ ਤੇਰੀ ਸਮਰੱਥਾ, ਤੇਰੀ ਬਖਸ਼ਿਸ਼ ਦੇ ਕਾਰਨ। ਕਬਹੂ ਨਿਰਤ ਕਰੈ ਬਹੁ ਭਾਂਤ। ਨਿਰਤ ਦਾ ਅਰਥ ਹੈ ਨਾਚ। ਹੇ ਵਾਹਿਗੁਰੂ, ਕਈ ਪ੍ਰਕਾਰ ਦਾ ਨਿਰਤ ਹੈ ਜੀਵਨ 'ਚ। ਇੱਕ ਤਨ ਦਾ ਨੱਚਣਾ, ਇੱਕ ਮਨ ਦਾ ਨੱਚਣਾ। ਇਹ ਦੋਨੋਂ ਹੀ ਚੱਲ ਰਹੇ ਨੇ ਧਰਤੀ 'ਚ।
ਤਨ ਦਾ ਨਾਚ ਬਾਹਰ ਹੀ ਚੱਲ ਰਿਹਾ ਤੇ ਬੜੇ ਨੇ ਮਨ ਦੀਆਂ ਕਠਪੁਤਲੀਆਂ ਨੇ ਜਿਹੜੀਆਂ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ रोवण लगत है। माटी को पूतरा कैसे नचत है, देखै देखै सुनै बोलै दौड़िਓ ਫਿਰਤ ਹੈ। ਗੁਰਦੇਵ ਕਹਿੰਦੇ ਮਿੱਟੀ ਦਾ ਪੁਤਲਾ ਕਈ ਪ੍ਰਕਾਰ ਦੇ ਨਾਚ ਨੱਚਦਾ ਤੇ ਗੁਰਦੇਵ ਕਹਿੰਦੇ ਕਿਤੇ ਕੇਸ ਰੂਪ ਅੰਦਰ ਨਾਚ ਹੋ ਰਿਹਾ, ਕਿਸੇ ਕੇਸ ਰੂਪ ਚ ਹੋ ਰਿਹਾ। ਕਬਹੂ ਨਿਰਤ ਕਰੈ ਬਹੁ ਭਾਂਤ, ਕਈ ਪ੍ਰਕਾਰ ਦਾ ਨਿਰਤ ਹੈ। ਕੋਈ ਤਨ ਦੇ ਤਲ ਤੇ ਭਟਕਦੇ ਨੇ, ਕੋਈ ਮਨ ਦੇ ਤਲ ਤੇ, ਕੋਈ ਤਨ ਦੇ ਤਲ ਤੇ ਨੱਚ ਰਿਹਾ, ਕੋਈ ਮਨ ਦੇ ਤਲ ਤੇ ਨੱਚ ਰਿਹਾ। ਕਬਹੂ ਸੋਏ ਰਹਿ ਦਿਨ ਰਾਤ, ਕਿਤੇ ਸੋਏ ਰਹਿ ਦਿਨ ਰਾਤ ਦਾ ਅਰਥ ਹੈ ਦਿਨ ਰਾਤ ਹੀ ਅਗਿਆਨਤਾ ਬੇਸਮਝੀ ਚੜਾ ਜਾਣਾ, ਮਨ ਦਾ ਸੋਣਾ ਮਾਇਆ ਵਿੱਚ ਗਲਤਾਨ ਰਹਿ ਜਾਣਾ। ਸੰਸਾਰੀ ਮਨ ਕਰਕੇ ਸੁੱਤਾ ਹੈ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਉਹ ਦਿਨ ਵੀ ਸੁੱਤਾ ਰਿਹਾ, ਰਾਤ ਵੀ ਮਾਇਆ ਦੇ ਸੁਪਨਿਆਂ 'ਚ ਲੰਘ ਜਾਂਦੀ ਹੈ। ਤੋ ਗੁਰਦੇਵ ਕਹਿੰਦੇ ਉਹ ਸੰਸਾਰੀ ਹੈ ਜਿਹੜਾ ਤਨ ਕਰਕੇ ਮਨ ਕਰਕੇ ਸੁੱਤਾ ਹੈ ਪੂਰਨ ਤੌਰ ਤੇ। ਠੀਕ ਹੈ ਤਨ ਤੇ ਜਾ ਗਿਆ, ਮਨ ਨਹੀਂ ਜਾਗਿਆ ਕਦੇ ਵੀ। ਕਬਹੂ ਮਹਾ ਕ੍ਰੋਧ ਵਿਕਰਾਲ, ਕਦੇ ਸਾਹਿਬ ਕਹਿੰਦੇ ਬੜਾ ਵਿਕਰਾਲ ਕ੍ਰੋਧ ਹੈ, ਪ੍ਰਚੰਡ, ਜਿਹਨੂੰ ਬਾਣੀ ਨੇ ਚੰਡਾਲ ਵੀ ਆਖਿਆ। ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ, ਮੁਖ ਸੁਧੀ ਅਗਨ ਕ੍ਰੋਧ ਚੰਡਾਲ। ਧੰਨ ਗੁਰੂ ਨਾਨਕ ਸਾਹਿਬ ਜੀ ਸ਼੍ਰੀ ਰਾਗ ਚ ਆਖਦੇ ਨੇ, ਇਹ ਨਾ ਸਮਝਿਓ ਕੋਈ ਬੰਦਾ ਹੈ ਅੱਖਾਂ ਹੱਥਾਂ ਪੈਰਾਂ ਤੋਂ, ਪਰ ਗੁਰਦੇਵ ਕਹਿੰਦੇ ਉਹਦੀ ਅਸਲ ਪਛਾਣ ਉਹਦੀਆਂ ਬਿਰਤੀਆਂ ਤੋਂ ਹੁੰਦੀ ਹੈ। ਕੋਈ ਬਾਹਰੋਂ ਕਹੇ ਵੀ ਮੈਂ ਬੜਾ ਉੱਚਾ ਸੁੱਚਾ ਚੰਗੀ ਜਾਤ ਵਾਲਾ, ਗੁਰਦੇਵ ਕਹਿੰਦੇ ਉਹਦੇ ਅੰਦਰ ਕਈ ਵਾਰ ਬਹੁਤ ਕੁਝ ਬੈਠਾ ਹੁੰਦਾ ਹੈ। ਜ਼ਰੂਰੀ ਨਹੀਂ ਜੋ ਬਾਹਰ ਤੋਂ ਦੇਖ ਰਹੇ ਹਾਂ ਉਹ ਸੱਚ ਹੈ, ਤੇ ਜ਼ਰੂਰੀ ਨਹੀਂ ਜੋ ਸੱਚ ਹੈ ਉਹ ਦਿਖਾਈ ਦੇ ਰਿਹਾ। ਲੱਭ ਕੁੱਤਾ, ਅੰਦਰ ਕੁੱਤਾ ਹੁੰਦਾ ਹੈ ਕਈ ਵਾਰ, ਬੰਦੇ ਦਾ ਸਰੀਰ ਬੰਦਿਆਂ ਵਰਗਾ ਪਰ ਬਿਰਤੀ ਕੁੱਤਿਆਂ ਵਰਗੀ ਹੈ, ਛੱਡਦਾ ਹੀ ਨਹੀਂ, ਰੱਜਦਾ ਹੀ ਨਹੀਂ ਕਦੇ ਵੀ। ਕੂੜ ਚੂੜਾ, ਬਾਹਰੋਂ ਬੜੇ ਤਿਲਕ ਲਾਏ ਨੇ, ਬੜੀ ਸ਼ੁੱਧਤਾ ਹੈ ਪਰ ਅੰਦਰੋਂ ਕੂੜ ਹੈ, ਸਮਝ ਲਓ ਸਾਹਿਬ ਕਹਿੰਦੇ ਬੜਾ ਅਛੂਤ ਹੈ ਉਹ। ਕਿਸੇ ਜਾਤ ਕਰਕੇ ਕੋਈ ਉੱਚਾ ਨੀਵਾਂ ਨਹੀਂ, ਪਰ ਬਿਰਤੀ ਕਰਕੇ ਤੇ ਜ਼ਰੂਰ ਹੁੰਦਾ ਹੈ। ਗੁਰਦੇਵ ਕਹਿੰਦੇ ਚੂੜਾ ਉਸ ਨੂੰ ਨਾ ਕਹੋ ਜਿਹੜਾ ਸਫਾਈ ਕਰਦਾ ਹੋਏ, ਜਿਹਨੂੰ ਜਾਤੀ ਸੂਚਕ ਨਾ ਵਰਤਿਓ। ਜਿਹਦੇ ਜੀਵਨ ਚ ਕੂੜ ਹੈ ਸਮਝ ਲਓ ਚੂੜਾ ਹੈ, ਉਹ ਭਾਵੇਂ ਜਿੰਨਾ ਵੀ ਦਾਵਾ ਕਰੇ ਮੇਰੀ ਆਹ ਕਾਸ਼ਟ ਹੈ, ਮੈਂ ਆਹ ਕੁੱਲ ਚੋਂ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਗੁਰਦੇਵ ਕਹਿੰਦੇ ਮੁਰਦਾਰ ਹੈ, ਅੰਦਰ ਮੁਰਦਾ ਪਿਆ ਬੰਦੇ ਤੇ, ਬਾਹਰੋਂ ਜਿਉਂਦਾ ਲੱਗਦਾ ਹੋਏ ਪਰ ਅੰਦਰੋਂ ਉਹਦੇ ਲਾਸ਼ ਪਈ ਹੈ, ਜਿਹੜਾ ਸਾਹਿਬ ਕਹਿੰਦੇ ਪਰਾਇਆ ਹੱਕ ਖਾ ਰਿਹਾ। ਸਮਝ ਲਓ ਮੁਰਦੇ ਦੀ ਲਾਸ਼ ਹੁੰਦੀ ਹੈ ਜਿਸ ਤਰ੍ਹਾਂ। ਠੱਗ ਖਾਦਾ ਮੁਰਦਾਰ, ਜਿਵੇਂ ਕੋਈ ਮੁਰਦੇ ਨੂੰ ਖਾ ਰਿਹਾ ਹੋਏ। ਤੋ ਪਰਾਈ ਨਿੰਦਾ ਇਸੇ ਤਰ੍ਹਾਂ ਜਿਵੇਂ ਪਰਾਈ ਮੈਲ ਬੰਦਾ ਮੂੰਹ ਦੇ ਨਾਲ ਸਾਫ਼ ਕਰਦਾ ਹੋਏ। ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ। ਜੇ ਅੰਦਰ ਕ੍ਰੋਧ ਹੈ ਸਮਝ ਲਓ ਚੰਡਾਲ ਬੈਠਾ, ਉਹਨੇ ਘੱਟ ਨਹੀਂ ਗੁਜ਼ਾਰਨੀ। ਉਹਨੇ ਨਹੀਂ ਵੇਖਣਾ ਪਤੀ ਹੈ, ਪਤਨੀ ਹੈ, ਪੁੱਤ ਹੈ, ਭਰਾ ਹੈ, ਗਵਾਂਢੀ ਹੈ। ਇਹ ਬੜਾ ਚੰਡਾਲ ਹੁੰਦਾ। ਦੇਸ਼ਾਂ ਦੇ ਦੇਸ਼ ਆ ਕ੍ਰੋਧ ਚੰਡਾਲ ਹੀ ਹੈ। ਆ ਲੜਾਈ ਲੱਗੀ ਹੋਈ ਹੈ, ਕੀ ਹੈ? ਹੰਕਾਰ ਹੀ ਹੈ ਦੋ ਹੁਕਮਰਾਨਾਂ ਦਾ। ਉਹ ਕਹਿੰਦਾ ਮੈਂ ਨਹੀਂ ਝੁਕਣਾ, ਉਹ ਕਹਿੰਦਾ ਮੈਂ ਨਹੀਂ ਝੁਕਣਾ। ਲੋਕ ਮਰਦੇ ਨੇ, ਕੀ ਫਰਕ ਪੈਂਦਾ? ਚੰਡਾਲ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨੇ ਤੇ ਗਲਾ ਵੱਢ ਦੇਣਾ ਹੈ, ਉਹਦਾ ਕੰਮ ਹੀ ਹੁੰਦਾ ਵੀ ਤੂੰ ਵੱਢਣਾ ਹੈ ਤੇ ਮਾਰ ਕੇ ਸਾੜਨਾ। ਬਸ ਚੰਡਾਲਾਂ ਦੇ ਕੰਮ ਇਹੀ ਹੁੰਦੇ ਸੀ। ਉਹਨਾਂ ਨੇ ਇਹ ਨਹੀਂ ਵੇਖਿਆ ਵੀ ਇਹ ਸਤਿਗੁਰ ਹੈ, ਧੰਨ ਗੁਰੂ ਤੇਗ ਬਹਾਦਰ ਹੈ। ਜਲਾਲੂਦੀਨ ਚੰਡਾਲ ਨੇ ਇਹ ਨਹੀਂ ਸੀ ਵੇਖਿਆ। ਉਹਨੇ ਚੁੱਕੀ ਤਲਵਾਰ ਤੇ ਚਲੋ ਚਾਂਦਨੀ ਚੌਂਕ।
ਸ਼ਾਸਲ ਬੇਗ ਬਾਸ਼ਲ ਬੇਗ ਚੰਡਾਲ ਨੇ ਨਹੀਂ ਸੀ ਵੇਖਿਆ ਵੀ ਗੁਰੂ ਦੇ ਛੋਟੇ ਛੋਟੇ ਸਾਹਿਬਜ਼ਾਦੇ ਨੇ। ਤੇ ਸੱਚ ਜਾਣਿਓ, ਜਿਹਦੇ ਅੰਦਰ ਕ੍ਰੋਧ ਦਾ ਚੰਡਾਲ ਹੁੰਦਾ ਹੈ ਉਹ ਨਹੀਂ ਵੇਂਦਾ, ਕੋਈ ਲਿਹਾਜ਼ ਨਹੀਂ ਰੱਖਦਾ, ਮਾਂ ਦਾ, ਪਿਓ ਦਾ, ਗੁਆਂਢੀ ਦਾ, ਕੋਈ ਲਿਹਾਜ਼ ਨਹੀਂ ਹੁੰਦਾ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ ਏ, ਇਹ ਨਾ ਕੋਈ ਸਮਝ ਲੈ ਵੀ ਸਰੀਰ ਬੜਾ ਚੰਗਾ ਹੈ, ਬੰਦਿਆਂ ਵਰਗਾ ਸਰੀਰ ਹੈ, ਗੁਰੂ ਤੇ ਬਿਰਤੀ ਵੇਖਦੇ ਨੇ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿੰਨਾ ਚਿਰ ਤੱਕ ਇੱਕ ਬਾਹਰੀ ਇੱਕ ਅੰਦਰੂਨੀ, ਇਹ ਦੋਨਾਂ ਦਾ ਤਾਲਮੇਲ ਬੈਠਣਾ ਚਾਹੀਦਾ ਹੈ। ਬਹੁਤ ਵਾਰ ਤਾਲਮੇਲ ਬੈਠੇਗਾ ਜੇ ਅੰਦਰ ਤੋਂ ਸ਼ੁੱਧਤਾ, ਬਾਣੀ ਮੁਤਾਬਕ ਸ਼ੁੱਧਤਾ ਨਿਰਮਲਤਾ ਹੀ ਅੰਦਰ ਤੋਂ ਬਾਹਰ ਨੂੰ ਪ੍ਰਗਟ ਹੋਣੀ ਹੈ। ਜੇ ਮਨ ਨਿਰਮਲ ਹੈ, ਕਰਮ ਵੀ ਨਿਰਮਲ ਹੋਣਗੇ। ਮਨ ਦੀ ਵਿਚਾਰ ਨਿਰਮਲ ਹੈ, ਤਨ ਦਾ ਕਰਮ ਕਦੇ ਨਹੀਂ ਮਾੜਾ ਹੋ ਸਕਦਾ। ਤੇ ਤਨ ਦਾ ਕਰਮ ਵੀ ਮਾੜਾ ਤਾਂ ਹੁੰਦਾ ਹੈ ਮਨ ਦੀ ਵਿਚਾਰ ਜੇ ਮਾੜੀ ਹੈ। ਪਹਿਲੋਂ ਵਿਚਾਰ ਆਏਗੀ, ਪਹਿਲੋਂ ਪਾਪ ਆਉਂਦਾ ਹੈ, ਅਪਰਾਧ ਬਾਅਦ ਵਿੱਚ ਆਉਂਦਾ ਹੈ। ਤੇ ਜੋ ਪਾਪੀ ਨੇ, ਹੋ ਸਕਦਾ ਹੈ ਅਪਰਾਧੀ ਨਾ ਹੋਣ ਪਰ ਹੋ ਸਕਦੇ ਨੇ, ਪਰ ਮੂਲ ਤੇ ਪਾਪ ਹੈ, ਜੜ ਹੈ। ਤੇ ਜਿੱਥੇ ਪਾਪ ਨੇ ਉੱਥੇ ਦੁੱਖ ਨੇ, ਪਛਤਾਵੇ ਨੇ। ਤੇ ਜਿਨ੍ਹਾਂ ਦੇ ਅੰਦਰ ਸਾਹਿਬ ਕਹਿੰਦੇ ਪਾਪ ਨਹੀਂ ਰਿਹਾ, ਦੁੱਖ ਵੀ ਨਹੀਂ ਰਿਹਾ, ਉਹਨਾਂ ਦੇ ਅੰਦਰ ਉਹ ਚੀਜ਼ ਵਰਤੀ ਨਹੀਂ। ਜਿਨ੍ਹਾਂ ਨੇ ਉਸ ਮਾਲਕ ਨੂੰ ਬਹੁਤ ਗਹਿਰੇ ਰੂਪ ਦੇ ਅੰਦਰ ਜੀਵਨ 'ਚ ਕਬੂਲ ਕੀਤਾ ਹੈ, ਤੇ ਜਿਹੜੇ ਉਹਦੀ ਰਜਾ, ਉਹਦੀ ਕਲਾ 'ਚ ਲੀਨ ਹੁੰਦੇ ਨੇ, ਸਾਹਿਬ ਜੀ ਆਖਦੇ ਨੇ ਉਹ ਵੀ ਕਰਮ ਤੋਂ ਬੜੇ ਨਿਰਲੇਪ, ਬਹੁਤ ਸੁੱਚੇ ਹੋ ਜਾਂਦੇ ਨੇ। ਤੋ ਕਦੇ ਕਦੇ ਸਾਹਿਬ ਕਹਿੰਦੇ ਕਿਸੇ ਥਾਂ ਤੇ ਬਹੁਤ ਕ੍ਰੋਧ ਵਿਕਰਾਲ ਵਰਤ ਰਿਹਾ ਜੀਵਨ ਦੇ ਅੰਦਰ, ਤੇ ਕਈ ਵੇਖੋ ਬੜੀ ਨਿਮਰਤਾ 'ਚ ਹੁੰਦੇ ਨੇ, ਬਹੁਤ ਗਰੀਬੀ, ਰੱਬ ਨੇ ਦਿੱਤਾ ਸਭ ਕੁਝ ਹੁੰਦਾ ਹੈ, ਪਰ ਬਹੁਤ ਵੱਡੀ ਨਿਮਰਤਾ ਵੀ ਜੀਵਨ 'ਚ ਹੁੰਦੀ ਹੈ। ਕਬਹੂ ਸਰਬ ਕੀ ਹੋਤ ਰਵਾਲ, ਰਵਾਲ ਦਾ ਅਰਥ ਹੈ ਧੂੜੀ। ਕਦੇ ਸਾਰਿਆਂ ਦੇ ਚਰਨਾਂ ਦੀ ਧੂੜ, ਭਾਵ ਬਹੁਤ ਨਿਮਰਤਾ ਜੀਵਨ ਹੁੰਦਾ ਹੈ ਇਸ ਰੂਪ ਦਾ ਵੀ। ਕਬਹੂ ਹੋਏ ਬਹਿ ਬੜ ਰਾਜਾ, ਕਿਤੇ ਬਹੁਤ ਵੱਡਾ ਰਾਜਾ ਬਣ ਕੇ ਬੈਠਾ ਹੈ, ਬਹੁਤ ਵੱਡਾ ਰਾਜ, ਦੁਨੀਆ ਦੇ ਸੁੱਖ ਭੋਗ। ਕਬਹੂ ਭਿਖਾਰੀ ਨੀਚ ਕਾ ਸਾਜਾ, ਕਦੇ ਸਾਹਿਬ ਕਹਿੰਦੇ ਭਿਖਾਰੀ ਹੈ, ਇੱਕ ਦੇ ਕੋਲ ਇਤਨੇ ਪਦਾਰਥ ਨੇ ਮੁੱਕਣ ਵਾਲੇ ਨਹੀਂ, ਇੱਕ ਦੇ ਕੋਲ ਇੱਕ ਸਮੇਂ ਦਾ ਵੀ ਭੋਜਨ ਨਹੀਂ ਹੈ। ਕਬਹੂ ਅਪਕੀਰਤ ਮੈਂ ਆਵੇ, ਕਬਹੂ ਭਲਾ ਭਲਾ ਕਹਾਵੇ। ਅਪਕੀਰਤ, ਅਪਮਾਨ ਹੋ ਜਾਣਾ, ਆ ਜੀਵਨ 'ਚ ਵਰਤਦਾ। ਕਦੇ ਗੁਰਦੇਵ ਕਹਿੰਦੇ ਕਿਸੇ ਰੂਪ ਦੇ ਅੰਦਰ ਅਪਮਾਨ ਹੈ ਤੇ ਕਿਸੇ ਨੂੰ ਭਲਾ ਭਲਾ ਕਿਹਾ ਜਾ ਰਿਹਾ ਹੈ, ਬਹੁਤ ਚੰਗਾ ਹੈ, ਬਹੁਤ ਮਹਾਨ ਹੈ, ਬੜਾ ਵੱਡਾ। ਪਰ ਸਾਹਿਬ ਕਹਿੰਦੇ ਜੋ ਪ੍ਰਭ ਰਾਖੈ ਤਿਵ ਹੀ ਰਹਿ, ਇਹ ਕਦੇ ਨਾ ਭੁੱਲੀਏ। ਇਹ ਰੱਬ ਦੀ ਰਜਾ ਸਾਡੇ ਵਿਧਾਨ ਮੁਤਾਬਕ ਨਹੀਂ ਚੱਲਦੀ, ਸਾਡਾ ਸੰਵਿਧਾਨ ਤੇ ਦੇਸ਼ ਨਹੀਂ ਚਲਾ ਸਕਦਾ। ਕਿੰਨੇ ਵਿਤਕਰੇ ਨੇ, ਵੱਡੇ ਵਾਸਤੇ ਹੋਰ ਕਾਨੂੰਨ, ਗਰੀਬ ਵਾਸਤੇ ਹੋਰ ਕਾਨੂੰਨ। ਗੁਰਦੇਵ ਕਹਿੰਦੇ ਇੱਥੇ ਸਾਡੀ ਮਰਜ਼ੀ ਨਹੀਂ ਚੱਲਣੀ, ਉਸ ਮਾਲਕ ਦੀ ਮਰਜ਼ੀ, ਉਹਦਾ ਵਿਧਾਨ ਕੰਮ ਕਰਦਾ ਹੈ ਸਭਨਾਂ ਦੇ ਉੱਤੇ। ਤੇ ਜਿਉਂ ਪ੍ਰਭ ਰਾਖੈ ਤਿਵ ਹੀ ਰਹਿ, ਤੇ ਜਿਹੜਾ ਉਸ ਵਿਧਾਨ ਨੂੰ ਕਬੂਲਦਾ ਹੈ ਜੀਵਨ ਦੇ ਅੰਦਰ। ਗੁਰ ਪ੍ਰਸਾਦ ਨਾਨਕ ਸੱਚ ਕਹੈ, ਸੱਚ ਕਹੈ ਉਹਦੀ ਮਹਿਮਾ। ਤੇ ਜਿੱਥੇ ਗੁਰੂ ਦੀ ਕਿਰਪਾ, ਗੁਰੂ ਦੀ ਕਲਾ ਵਰਤੀ ਹੈ, ਉਹ ਸੱਚੇ ਮਾਲਕ ਵਾਹਿਗੁਰੂ ਦੀ ਮਹਿਮਾ ਆਖ ਲੈਂਦਾ, ਉਹਦੇ ਜੀਵਨ ਵਿੱਚ ਵਰਤ ਜਾਂਦੀ ਹੈ। ਤੇ ਜਿੱਥੇ ਮਹਿਮਾ ਵਰਤੀ ਉਹਦੀ ਨਿਸ਼ਾਨੀ ਹੈ, ਉਹ ਰੱਬੀ ਰਜਾ ਭਾਣੇ ਦੇ ਅੰਦਰ ਜ਼ਰੂਰ ਵਰਤੈ। ਕਬਹੂ ਹੋਏ ਪੰਡਿਤ ਕਰੇ ਬਖਿਆਨ, ਗੁਰਦੇਵ ਜੀ ਆਖਦੇ ਨੇ ਕਿਤੇ ਬਹੁਤ ਪੰਡਿਤ ਬਣ ਕੇ ਬਖਿਆਨ ਕਰ ਰਿਹਾ ਹੈ, ਭਾਵ ਕਿਸੇ ਕੋਲ ਬੜਾ ਸ਼ਾਸਤਰਾਂ ਦਾ ਗਿਆਨ ਹੈ, ਬਹੁਤ ਵੱਡਾ ਵਿਚਾਰ ਦਾ ਫਲਸਫਾ ਹੈ ਕਿਸੇ ਕੋਲ। ਕਬਹੂ ਮੋਨ ਧਾਰੀ ਲਾਵੇ ਧਿਆਨ, ਕਿਤੇ ਬੋਲਦਾ ਹੀ ਨਹੀਂ, ਮੋਨ ਧਾਰੀ ਹੈ, ਲਾਵੇ ਧਿਆਨ, ਧਿਆਨ ਲਾਏ ਹੈ।
ਕਬਹੂ ਤਟ ਤੀਰਥ ਇਸ਼ਨਾਨ, ਕਿੰਨੇ ਲੋਕ ਇਸ਼ਨਾਨਾਂ ਤੇ ਜਾ ਰਹੇ ਨੇ। ਵਰਤਾਰਾ ਉਹਦਾ ਹੀ ਵਰਤ ਰਿਹਾ ਅਕਾਲ ਪੁਰਖ ਵਾਹਿਗੁਰੂ ਦਾ। ਗੁਰਦੇਵ ਕਹਿ ਰਹੇ ਨੇ ਵੀ ਜਿਹੜੀ ਸੂਖਸ਼ਮ ਕਲਾ ਵਰਤਦੀ ਹੈ, ਗੁਰਦੇਵ ਉਹਦੇ ਸਾਂਝੀ ਵੱਲ ਸਾਨੂੰ ਬਣਾਉਂਦੇ ਨੇ। ਫਿਰ ਅਸੀਂ ਬਾਹਰ ਦੇ ਵਿਤਕਰਿਆਂ 'ਚ ਨਹੀਂ ਪਾਵਾਂਗੇ ਕਦੇ ਵੀ। ਜਿਹਨੂੰ ਤਤ ਸਾਰ ਦਾ ਬੋਧ ਆ ਜਾਂਦਾ, ਜਿਹਨੂੰ ਇਹ ਪਤਾ ਹੋਏ ਸਾਰੇ ਭਾਂਡੇ ਮਿੱਟੀ ਤੋਂ ਬਣੇ ਨੇ, ਫਿਰ ਆਕਾਰ ਵਿੱਚ ਨਹੀਂ ਉਲਝਦਾ ਵੀ ਦੀਵਾ ਛੋਟਾ ਹੈ ਕੜਾ ਵੱਡਾ ਹੈ। ਮਿੱਟੀ ਤੇ ਇੱਕੋ ਹੀ ਹੈ ਸਭਨਾਂ 'ਚ। ਜਿਹਨੂੰ ਜੋਤ ਦਾ ਬੋਧ ਆਉਂਦਾ, ਫਿਰ ਉਹ ਇਹ ਨਹੀਂ ਵੇਖੇਗਾ ਵੀ ਇਹ ਦੀਵਾ ਚਾਂਦੀ ਦਾ ਹੈ, ਇਹ ਆਟੇ ਦਾ ਹੈ, ਇਹ ਮਿੱਟੀ ਦਾ ਹੈ। ਜਿਹੜਾ ਉਸ ਇੱਕ ਨੂੰ ਪਛਾਣਦਾ ਹੈ, ਅਨੇਕਤਾ ਦਾ ਰਸ ਵੀ ਉਹ ਮਾਣਦਾ। ਨਹੀਂ ਤੇ ਅਸੀਂ ਤੇ ਈਰਖਾ 'ਚ, ਨਿੰਦਾ ਦਵੈਤ 'ਚ, ਕ੍ਰੋਧ 'ਚ ਅਸੀਂ ਆਪਣੇ ਜੀਵਨ ਦਾ ਸੁੱਖ ਗਵਾ ਬੈਠਦੇ ਹਾਂ। ਤੋ ਗੁਰਦੇਵ ਕਹਿੰਦੇ ਨੇ ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ। ਕਿਤੇ ਸਿੱਧ ਸਾਧਕ ਹੈ, ਬਹੁਤ ਸਾਰਾ ਮੁਖ ਦਾ ਸਤਿਗੁਰ ਕਹਿੰਦੇ ਗਿਆਨ ਹੈ, ਬਹੁਤ ਵੱਡੇ ਤੋਂ ਵੱਡਾ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਕਿੰਨੇ ਰੂਪਾਂ ਦੇ ਅੰਦਰ। ਕਿਤੇ ਸਾਹਿਬ ਕਹਿੰਦੇ ਕੀਟ ਹੈ ਬਹੁਤ ਛੋਟੇ, ਪਤੰਗ ਪਤੰਗੇ, ਹਸਤ ਹਾਥੀ, ਇੱਕ ਛੋਟਾ ਜਿਹਾ ਕੀਟ ਹੈ, ਇੱਕ ਹਾਥੀ ਬਹੁਤ ਵੱਡਾ ਹੈ। ਕਿਵੇਂ ਕਿੰਨੇ ਰੂਪ ਦੀ ਭਿੰਨਤਾ ਹੈ ਰੱਬੀ ਇਸ ਰਚਨਾ ਦੇ ਅੰਦਰ। ਪਰ ਗੁਰਦੇਵ ਕਹਿੰਦੇ ਨੇ ਗੱਲ ਆਕਾਰ ਦੀ ਨਹੀਂ ਹੈ ਛੋਟਾ ਵੱਡਾ ਹੋਏ। ਗੱਲ ਜਦੋਂ ਤੱਤ ਦੀ ਆਉਂਦੀ ਹੈ, ਕੋਈ ਸੁਨਿਆਰ ਉਹ ਗਹਿਣੇ ਦਾ ਆਕਾਰ ਨਹੀਂ ਵੇਂਦਾ। ਉਹਨੂੰ ਕਹੋ ਵੀ ਮੈਂ ਆਸਟ੍ਰੇਲੀਆ ਤੋਂ ਆਇਆ ਗਹਿਣਾ ਲੈ ਆ, ਉਹ ਆਕਾਰ ਵੱਲ ਨਹੀਂ ਵੇਖੇਗਾ, ਉਹ ਤੱਤ ਵੱਲ ਵੇਂਦਾ ਵੀ ਇਹਦੇ 'ਚ ਸ਼ੁੱਧਤਾ ਕਿਤਨੀ ਹੈ, ਅਸਲੀਅਤ ਕਿਤਨੀ ਹੈ। ਆਕਾਰਾਂ 'ਚ ਕਦੇ ਸੁਨਿਆਰਾ ਨਹੀਂ ਉਲਝਦਾ, ਉਹਨੂੰ ਪਤਾ ਹੁੰਦਾ ਹੈ। ਰੱਬ ਦਾ ਪਿਆਰਾ ਵੀ ਕਦੇ ਆਕਾਰਾਂ 'ਚ ਨਹੀਂ ਉਲਝਦਾ। ਸਾਹਿਬ ਜੀ ਆਖਦੇ ਨੇ ਜਿਹਨੂੰ ਤੱਤ ਬੋਧ ਆਉਂਦਾ ਹੈ, ਉਹ ਕਦੇ ਨਾ ਜਾਤ ਵਿੱਚ ਉਲਝੇਗਾ, ਨਾ ਫਿਰਕੇ 'ਚ ਉਲਝੇਗਾ, ਨਾ ਰੱਬ ਦੇ ਨਾਵਾਂ ਦੇ ਝਗੜੇ 'ਚ ਉਲਝਦਾ। ਉਹ ਅੱਲਾ ਰਾਮ ਬਾਣੀ ਤੇ ਉਲਝੀ ਨਹੀਂ। ਬਾਣੀ 'ਚ ਅੱਲਾ ਵੀ ਹੈ, ਰਾਮ ਵੀ ਹੈ, ਰਹੀਮ ਵੀ ਹੈ। ਬਾਣੀ ਨੂੰ ਪਤਾ ਹੈ ਨਾਮ ਕਿੰਨੇ ਮਰਜ਼ੀ ਹੋਣ, ਪਰ ਉਹ ਇੱਕ ਉਹਦੀ ਹੋਂਦ ਇੱਕੋ ਹੀ ਹੈ, ਉਹਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ। ਤੇ ਨਾਮ ਕਦੇ ਵੀ ਇੱਕ ਨਹੀਂ ਹੋ ਸਕਦਾ ਰੱਬ ਦਾ। ਨਾਮੀ ਇੱਕ ਹੈ, ਨਾਮ ਇੱਕ ਨਹੀਂ, ਨਾਮੀ ਇੱਕ ਹੈ। ਸਾਰੇ ਸੰਸਾਰ 'ਚ ਪਾਣੀ ਇੱਕ ਹੀ ਹੈ, ਪਰ ਪਾਣੀ ਦੇ ਨਾਮ ਇੱਕ ਥੋੜ੍ਹਾ ਹੈ। ਕਿਸੇ ਬੋਲੀ 'ਚ ਕਿੱਦਾਂ, ਕਿਸੇ ਬੋਲੀ 'ਚ ਕਿੱਦਾਂ। ਧਰਤੀ ਇੱਕ ਹੀ ਹੈ, ਪਰ ਧਰਤੀ ਦੇ ਨਾਮ ਇੱਕ ਨਹੀਂ। ਆਕਾਸ਼ ਇੱਕੋ ਹੀ ਹੈ, ਪਰ ਆਕਾਸ਼ ਦੇ ਨਾਮ ਇੱਕ ਨਹੀਂ। ਪੰਜਾਬੀ 'ਚ ਹੋਰ ਕਹਿੰਦੇ ਆ, ਹਿੰਦੀ 'ਚ ਹੋਰ ਕਹਿੰਦੇ ਆ, ਸੰਸਕ੍ਰਿਤ 'ਚ ਹੋਰ ਕਹਿੰਦੇ, ਇੰਗਲਿਸ਼ ਹੋਰ ਕਹਿੰਦੇ ਆ। ਸੋ ਨਾਮੀ ਹਮੇਸ਼ਾ ਇੱਕੋ ਹੀ ਰਹੇਗਾ, ਪਰ ਉਹਦੇ ਨਾਮ ਇੱਕ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਰਾਜਾ ਇੱਕੋ ਹੀ ਹੁੰਦਾ ਹੈ, ਪਰ ਉਹਦੀਆਂ ਪੁਸ਼ਾਕਾਂ ਇੱਕ ਨਹੀਂ ਹੁੰਦੀਆਂ। ਰੋਜ਼ ਸਭਾ 'ਚ ਇੱਕੋ ਪੁਸ਼ਾਕ ਨਹੀਂ ਪਾ ਕੇ ਆਉਂਦਾ। ਸਵੇਰੇ ਹੋਰ ਹੁੰਦੀ ਹੈ, ਸ਼ਾਮ ਨੂੰ ਹੋਰ ਹੁੰਦੀ ਹੈ, ਅਗਲੇ ਦਿਨ ਹੋਰ ਹੁੰਦੀ ਹੈ। ਪਰ ਪੁਸ਼ਾਕਾਂ ਬਦਲਣ ਦੇ ਨਾਲ ਕਦੇ ਰਾਜਾ ਨਹੀਂ ਬਦਲ ਜਾਂਦਾ। ਨਾਮ ਬਦਲਣ ਦੇ ਨਾਲ ਕਦੇ ਰੱਬ ਦੀ ਹਸਤੀ ਨਹੀਂ ਬਦਲ ਜਾਣੀ ਕਿਸੇ ਵੀ ਰੂਪ ਦੇ ਅੰਦਰ। ਉਹਦੇ ਭਿੰਨਤਾ ਬਾਹਰੀ ਤੌਰ ਤੇ ਹੈ, ਪਰ ਗੁਰਦੇਵ ਕਹਿੰਦੇ ਉਸ ਨਾਮੀ ਦੇ ਵਿੱਚ ਭਿੰਨਤਾ ਨਹੀਂ ਹੈ। ਤੋ ਜਿਹੜਾ ਨਾਮ ਦੇ ਰਾਹੀਂ ਨਾਮੀ ਤੱਕ ਪਹੁੰਚਦਾ, ਮੈਂ ਕਹਿੰਦਾ ਮੁਬਾਰਕ ਉਹ ਨਾਮ ਜਿਹੜਾ ਨਾਮੀ ਤੱਕ ਪਹੁੰਚਾਉਂਦਾ ਹੈ। ਕੋਈ ਸਤਨਾਮ ਕਹਿ ਕੇ ਪਹੁੰਚ ਗਿਆ, ਕੋਈ ਕਿਸੇ ਰੂਪ ਦੇ ਅੰਦਰ ਕਹਿ ਕੇ ਪਹੁੰਚ ਗਿਆ। ਜਿਹੜਾ ਨਾਮੀ ਤੱਕ ਪਹੁੰਚ ਗਿਆ ਉਹ ਮੁਬਾਰਕ ਹੈ। ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਓ ਪੰਜੇ ਵਕਤ। ਮਸੀਤ ਪਹੁੰਚ ਗਿਆ ਜਦੋਂ, ਮੁਬਾਰਕ ਹੈ। ਫਿਰ ਸਾਹਿਬ ਨੇ ਇਹ ਨਹੀਂ ਕਿਹਾ ਵੀ ਬਾਬਾ ਫਰੀਦਾ ਤੂੰ ਮਸੀਤ ਦਾ ਜ਼ਿਕਰ ਕਿਉਂ ਕਰ ਰਿਹਾ, ਫਰੀਦਾ ਤੂੰ ਪੰਜਾਂ ਨਮਾਜ਼ਾਂ ਦਾ ਜ਼ਿਕਰ ਕਿਉਂ ਕਰ ਰਿਹਾ, ਕਦੇ ਨਹੀਂ ਕਿਹਾ। ਤੋ ਮੁਬਾਰਕ ਹੈ ਉਹ ਨਾਮ, ਉਹ ਸਾਧਨ ਜਿਹੜਾ ਮੰਜ਼ਿਲ ਤੱਕ ਪਹੁੰਚਾਦਾ ਹੈ। ਤੋ ਬਾਣੀ ਨੇ ਤਾਂ ਕਰਕੇ ਸਾਰੇ ਵਰਤੇ ਨੇ। ਕਿੰਨੇ ਨਾਮ ਨੇ ਬਾਣੀ 'ਚ, ਪਰ ਨਾਮੀ ਇੱਕੋ ਹੀ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ।
ਤੇ ਗੁਰਦੇਵ ਜੀ ਇਸ ਅਸ਼ਟਪਦੀ ਵਿੱਚ ਵੀ ਨਾਮੇ ਹੀ ਇੱਕੋ ਹੀ ਹੈ। ਉਹਦੇ ਨਾਮ ਬਾਹਰੀ ਭਿੰਨਤਾ ਬਾਹਰੀ ਵਖਰੇਵੇਂ ਬਹੁਤ ਸਾਰੇ ਨੇ। ਤੋ ਸਾਹਿਬ ਆਖਦੇ ਨੇ, ਕਬਹੂ ਕੀਟ ਹਸਤ ਪਤੰਗ ਹੋਏ ਜੀਆ। ਜੀਵਨ ਕਿੰਨੇ ਰੂਪਾਂ ਦੇ ਵਿੱਚ ਵਰਤ ਰਿਹਾ। ਉਹ ਕੀੜੇ ਰੂਪ ਦੇ ਵਿੱਚ ਵੀ ਜੀਵਨ ਹੈ। ਇਤਨੇ ਸੂਖਸ਼ਮ ਜੀਵ ਉਹ ਦਿਖਾਈ ਨਹੀਂ ਦਿੰਦੇ ਆਪਾਂ ਨੂੰ, ਹੈ ਨੇ। ਆਪਾਂ ਕਰੋਨਾ ਵਾਇਰਸ ਕਹਿ ਰਹੇ ਹਾਂ, ਦੇਖਿਆ ਥੋੜਾ ਕਿਸੇ ਨੇ, ਹੈ ਆ, ਤਾਂ ਹੀ ਮੂੰਹ ਬੰਨੀ ਫਿਰਦੇ ਆ, ਤਾਂ ਹੀ ਬਚਾ ਚਾਹੁੰਦੇ, ਹੈ ਤੇ ਉਹ ਵੀ ਇੱਕ ਜੀਵ ਹੀ ਹੈ। ਹਾਥੀ ਕਿਤਨਾ ਵੱਡਾ ਹੈ, ਉਹ ਵੀ ਜੀਵ ਹੈ। ਪਤੰਗ ਪਤੰਗਾ ਹੈ ਹੋਏ ਜੀਆ, ਜੀਵਨ ਹੈ ਸਾਹਿਬ ਕਹਿੰਦੇ। ਤੇ ਸਤਿਗੁਰ ਆਖਦੇ ਨੇ, ਅਨੇਕ ਜੋਨ ਭਰਮੈ ਭਰਮੀਆ। ਜੀਵ ਕਿੰਨੀਆਂ ਜੋਨਾਂ 'ਚ ਭਰਮਦਾ। ਗੁਰਬਾਣੀ ਮੁਤਾਬਕ ਜੇ ਆਪਾਂ ਵੇਖੀਏ, ਸਾਡਾ ਇਹ ਪੜਾਅ ਹੈ ਆ ਮਨੁੱਖੀ ਜੀਵ। ਹਰੇਕ ਪੜਾਅ ਬਾਣੀ ਨੇ ਮੰਨਿਆ। ਇਹ ਪੜਾਅ ਹੈ ਮਨੁੱਖੀ ਜੀਵਨ, ਇਹ ਮੰਜ਼ਿਲ ਨਹੀਂ ਹੈ। ਗੁਰਬਾਣੀ ਮੰਨਦੀ ਹੈ ਵੀ ਜ਼ਿੰਦਗੀ ਦੀ ਯਾਤਰਾ ਬਹੁਤ ਲੰਬੇਰੀ ਹੈ। ਚਲੋ ਤੁਸੀਂ ਵਿਗਿਆਨੀਆਂ ਦੀ ਥਿਊਰੀ ਵੀ ਸਮਝ ਲੈਣਾ। ਤੁਰਦੇ ਤੁਰਦੇ ਅਸੀਂ ਮਨੁੱਖਾ ਦੇਹੀ ਤੱਕ ਆਏ ਹਾਂ, ਪਰ ਸਿੱਧੇ ਥੋੜ੍ਹਾ ਆਏ ਹਾਂ। ਵਿਗਿਆਨੀ ਮੰਨਦੇ ਨੇ ਵੀ ਆਕਸੀਜਨ ਹਾਈਡਰੋਜਨ ਤੋਂ ਪਾਣੀ ਬਣਿਆ, ਪਾਣੀ ਤੋਂ ਫਿਰ ਜੀਵਨ ਦੀ ਯਾਤਰਾ ਸ਼ੁਰੂ ਹੋਈ। ਤੇ ਤੁਰਦੇ ਤੁਰਦੇ ਇਸ ਧਰਤੀ ਦਾ ਸਭ ਤੋਂ ਜਾਗਿਆ ਹੋਇਆ ਜੀਵ ਮਨੁੱਖ ਹੈ। ਤੁਰਦੇ ਤੁਰਦੇ ਆਏ ਹਾਂ, ਯਾਤਰਾ ਤੁਰੀ ਵਨਸਪਤੀ, ਫਿਰ ਅੱਗੇ ਜੀ ਜੰਤ। ਇਹ ਯਾਤਰਾ ਬਾਣੀ ਮੰਨਦੀ ਹੈ ਵੀ ਇਹ ਬਹੁਤ ਲੰਬੇਰੀ ਯਾਤਰਾ ਹੈ ਸਾਡੀ, ਇੱਥੋਂ ਤੱਕ ਪਹੁੰਚੇ ਹਾਂ। ਭਾਵੇਂ ਕਿ ਇਸਲਾਮ ਜਗਤ ਅੰਦਰ ਜਨਮ ਮਰਨ ਨੂੰ ਮੰਨਿਆ ਨਹੀਂ ਜਾਂਦਾ, ਈਸਾਈ ਜਗਤ ਵਿੱਚ ਵੀ, ਯਹੂਦੀ ਜਗਤ ਵਿੱਚ ਜਨਮ ਮਰਨ ਪ੍ਰਵਾਨ ਨਹੀਂ ਹੈ। ਪਰ ਜੇ ਆਪਾਂ ਵੇਖਦੇ ਹਾਂ ਸਨਾਤਨ ਮਤ ਵਿੱਚ ਜਾਂ ਗੁਰਮਤ ਅੰਦਰ ਜਨਮ ਮਰਨ ਦਾ ਜ਼ਿਕਰ ਬਾਣੀ ਨੇ ਕਈ ਵਾਰ ਕੀਤਾ, ਭਾਵੇਂ ਆਪਾਂ ਮੰਨੀਏ ਚਾਹੇ ਨਾ ਮੰਨੀਏ। ਕਈ ਵਾਰ ਸਤਿਗੁਰਾਂ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬਹੁਤ ਸਮੇਂ ਤੋਂ, ਜਾਂ ਭਗਤ ਰਵਿਦਾਸ ਜੀ ਕਹਿੰਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਗੁਰਬਾਣੀ ਇਹ ਮੰਨਦੀ ਹੈ ਵੀ ਆਹ ਪੜਾਅ ਹੈ ਸਾਡਾ ਮਨੁੱਖਾ ਦੇਹ ਦਾ। ਹਾਂ, ਇੱਥੋਂ ਯਾਤਰਾ ਪੂਰੀ ਵੀ ਹੋ ਸਕਦੀ ਹੈ, ਇੱਥੋਂ ਫਿਰ ਯਾਤਰਾ ਦੁਬਾਰਾ ਵੀ ਸ਼ੁਰੂ ਹੋ ਸਕਦੀ ਹੈ। ਗੁਰਦੇਵ ਕਹਿੰਦੇ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਜੀਵਨ ਦੀ ਯਾਤਰਾ ਦੇ ਬਾਬਤ। ਅਨਕ ਜੋਨ ਭਰਮੈ ਭਰਮੀਆ, ਅਨੇਕ ਅਨੇਕਾਂ ਹੀ ਆ ਜੀਵ ਯਾਤਰਾਵਾਂ ਕਰਦਾ ਕਰਦਾ, ਪੜਾਅ ਨਿਭਾਉਂਦਾ ਨਿਭਾਉਂਦਾ ਆਪਣੀ ਜੀਵਨ ਦੀ ਯਾਤਰਾ ਤੁਰਦਾ ਹੈ। ਕਈਆਂ ਦੀ ਸਫਲ ਹੋ ਜਾਂਦੀ ਹੈ, ਕਈਆਂ ਦੀ ਅੱਧ ਵਾਟੀ ਰਹਿ ਜਾਂਦੀ ਹੈ। ਨਾਨਾ ਰੂਪ ਜੋ ਸਵਾਂਗੀ ਦਿਖਾਵੇ। ਗੁਰਦੇਵ ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਦੀ ਬਖਸ਼ੀ ਜ਼ਿੰਦਗੀ ਦੀ ਰੌਂ, ਤੇ ਜਿਵੇਂ ਕੋਈ ਜਾਦੂਗਰ ਜਿੱਡਾ ਵੱਡਾ ਹੋਏ, ਉਹਦੇ ਝੋਲੇ ਚੋਂ ਚੀਜ਼ਾਂ ਉਨੀਆਂ ਜ਼ਿਆਦੀਆਂ ਨਿਕਲਣਗੀਆਂ। ਉਹਦਾ ਤਮਾਸ਼ਾ ਉਤਨਾ ਵੱਡਾ ਹੁੰਦਾ ਜਿੱਡਾ ਜਾਦੂਗਰ ਵੱਡਾ ਹੋਏ। ਤੋ ਵਾਹਿਗੁਰੂ ਅਕਾਲ ਪੁਰਖ ਬਹੁਤ ਵੱਡਾ ਹੈ, ਮਹਾਨ ਹੈ। ਗੁਰਦੇਵ ਕਹਿੰਦੇ ਜਿਵੇਂ ਇੱਕ ਜਾਦੂਗਰ ਕਿੰਨੇ ਤਮਾਸ਼ੇ ਵਿਖਾਉਂਦਾ, ਆ ਕਿੰਨੇ ਤਮਾਸ਼ੇ ਨੇ ਰੱਬ ਦੀ ਰਚਨਾ ਦੇ ਵਿੱਚ। ਕੋਈ ਪਾਤਰ ਨਿਭਾ ਰਿਹਾ, ਕੋਈ ਪਾਤਰ ਨਿਭਾ ਰਿਹਾ, ਕੋਈ ਚੰਗਿਆਈ ਦਾ ਪਾਤਰ ਨਿਭਾ ਰਿਹਾ, ਕੋਈ ਪਾਪੀ ਦਾ ਪਾਤਰ ਨਿਭਾ ਰਿਹਾ, ਕੋਈ ਦਾਤੇ ਦਾ ਪਾਤਰ ਨਿਭਾ ਰਿਹਾ, ਕੋਈ ਭਿਖਾਰੀ ਦਾ ਨਿਭਾ ਰਿਹਾ। ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਨਾਨਾ ਕਈ ਪ੍ਰਕਾਰ ਦੇ ਰੂਪ ਸਵਾਂਗ ਧਾਰਨ ਵਾਲਾ ਜਿਵੇਂ ਵਿਖਾਉਂਦਾ, ਹੁੰਦਾ ਇੱਕ ਹੀ ਹੈ ਸਾਹਿਬ ਕਹਿੰਦੇ। ਉਹ ਅੰਦਰੋਂ ਇੱਕੋ ਹੀ ਹੈ, ਕਦੇ ਕੁਝ ਬਣ ਗਿਆ, ਕਦੇ ਕੁਝ ਬਣ ਗਿਆ। ਗੁਰਦੇਵ ਕਹਿੰਦੇ ਉਹਦੇ ਨਾਲ ਸਾਂਝ ਬਣਾਈ, ਜੇ ਤੇਰੀ ਅੱਖ ਉਹਨੂੰ ਪਛਾਣ ਲਏਗੀ ਨਾ, ਫਿਰ ਤੇਰੇ ਵਾਸਤੇ ਬਾਜੀ ਮਾੜੀ ਨਹੀਂ ਹੈ।
जिन्हें बाजीगर दे नाल सांझ बना ली, बाजीगर स्यों मोहे प्रीत बनियाई। तो जिन्हां ने प्रीत बना ली फिर ज्यों प्रभावै तिवें नचावै। समझ आ जाती है। वो कठपुतलियां नचदियां ने पर पड़दे पिछे उन्होंने कोई नचाउण वाला हुंदा है, वो अपनी नच रही होंदियां, उन्हां कोलों रोल कुछ कराउण वाला हुंदा है। इसे तरह साहब आखदे ने ज्यों प्रभावै तिवें नचावै, उस तरह जिंदगी की खेड खिडाउंदा है। जो तिस भावै सोई होए, मालिक जो तैनू पाउंदा है वो हुंदा है। जिन्हों आपां हुक्म की गल करिए, पाणे की गल करिए, बहुत वड्डा विशा है गुरमत विच हुक्म ते पाणे दा, ते बड़ा रहस्यमयी है। इहदे च सब कुछ आ जाता। जिथे पाणे की गल, रजा की गल साहब करते हैं, इहदे च सुख दुख वाधा घाटा सब कुछ आ जाता है। नानक दूजा अवर ना कोय, उत्थे फिर कोई दूजा नहीं रह जाता। ਜਿਹੜਾ ਵਰਤਾਰਾ जीवन च वरदा है रब का प्यारा, ਉਹਨੂੰ कबूल कर लैंदा उसे रूप अंदर, उसे रूप अंदर। जिन्हों ये समझ आ गई वाहिगुरू तेरे कारण वरत रहे, वो फिर हरेक हो रहे वरतारे नूं कबूल करदा है जीवन दे अंदर। कबहू साध संगत ए पावै, सतगुरु बचन करदे ने। कदे बख्शिश मालिक दी होए, साध संगत जीव नूं मिल जाती है, मिलती औखी है। रस औखा पैदा हुंदा इस पासे दा। संसार का तजर्बा तो बड़ा सौखा है। शुरुआत ही जिंदगी की इत्थों हुई है। पहले प्यार लगा थण दुध, सब तो पहली खिच ही साहब कहंदे मां दे भोजन नाल पैदा हुंदी है। पदार्थ का संसार का तजर्बा कुदरती है, अपने आप हो जाता है। भोजन का रस अपने आप ही आउण लग पिया। नींद अपने आप ही मनुख माणदा है। पर यह ना कोई कहे भी जपजी साहब का रस अपने आप ही माणेगा। ये ना कोई कहे भी धर्मी ज्ञान अपने आप वरत जाना। उहदे वास्ते ते सतगुर ने सानू सेवा बख्शी है, संगत बख्शी है, सिमरन बख्शिया। मैं पहला भी बेनती की सी, 3 सस्से सिख दे कुलोण, सस्सा सेवा, सस्सा सिमरन, सस्सा संगत, सब कुछ ही आ गया दे अंदर। ते 3 सस्से होर ने, सस्सा सुनना, सस्सा समझना, सस्सा समा जाना। ये कदे ना सिख भुले। सुने समझे समा जाए। ते सुनना समझना समाउणा वरदा है संगत चों, सेवा चों, सिमरन दे विचों। तो मैं बेनती कर रहा, संसार का तजर्बा कुदरती है, धर्म का कुदरती नहीं है। बुजुर्ग होवांगे हत्थां नाल गुट के पकड़ लांगे, मैनू कहण देना, पर मन ने फिर नहीं फड़ना। मन नहीं मनता बहुत बार। अब ना भजस भजस कब भाई आवे, अंत ना भजिया जाई। मन के तजर्बे होर गहरे हो जाने ने, फिर मन के संकल्प विकल्प होर गहरे हो जाएंगे, नहीं छुटने हो। तो ये कुदरती नहीं है। उहदे वास्ते रस पैदा करना पैना है, भुख लाउणी पैनी है, चाहत बनाउणी पैनी है जीवन अंदर। ते गुरुदेव कहंदे औखा मिलदा है, पर जिन्हों मिल जाए फिर छुटदी नहीं है चीज़। संगत नहीं छड्डदी, फिर वो संस्कार नहीं छड्डदे कदे भी उस जीवन नूं। कबहू साध संगत ए पावै, उस अस्थान ते बहुर ना आवै। गुरुदेव कहंदे फिर वो थां तो मुड़ के नहीं वापस आउंदा। हो जाता है बहुत बार, कई तुरे मुड़े नहीं घरां, बहुत वरत गए। जिद्दां दे बाबा बिधी चंद आए सी गुरु अर्जुन देव जी कोल, उदां दे मुड़े नहीं, फिर नहीं मुड़ सके। गुरु दी भी ते कला है कुछ। जे पदार्थां दा असर है, साडे रसालियां अखबारां दीयां खबरां दा असर है कि गुरु दी बाणी दा असर नहीं होएगा, फिर नहीं मुड़दा। साहब कहंदे उथां तो ਉਹਦੇ 'ਚ ਹੀ ਸਮਾ ਜਾਂਦਾ ਹੈ। ਸ਼ਬਦ ਵੱਲ ਤੁਰਿਆ ਮੁੜਿਆ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਤੁਰੀ ਜ਼ਰੂਰ ਤੂੰ, ਠੀਕ ਹੈ
ਲੰਗਰ ਛਕਣ ਆ ਗਿਆ ਮੁਬਾਰਕ ਹੈ, ਪ੍ਰਸ਼ਾਦ ਲੈਣ ਆ ਗਿਆ ਮੁਬਾਰਕ ਹੈ, ਮੱਥਾ ਟੇਕਣ ਪਰਿਕਰਮਾ ਕਰਨ ਆ ਗਿਆ ਮੁਬਾਰਕ ਹੈ। ਭਾਈ ਗੁਰਦਾਸ ਜੀ ਕਹਿੰਦੇ ਪੰਛੀ ਚੋਗ ਚੁਗਣ ਜਾਂਦੇ ਨੇ, ਇੱਕ ਦਿਨ ਸ਼ਿਕਾਰੀ ਦਾ ਜਾਲ ਪੈ ਹੀ ਜਾਂਦਾ ਹੈ। ਪਤੰਗਾ ਲਾਟ ਕੋਲ ਜਾਂਦਾ ਹੈ ਪਰਿਕਰਮਾ ਕਰਨ, ਇੱਕ ਦਿਨ ਲਾਟ 'ਚ ਹੀ ਸਮਾ ਜਾਂਦਾ ਹੈ, ਉਹ ਮੁੜਿਆ ਨਹੀਂ। ਇੱਕ ਭਵਰਾ ਸੁੰਘਣ ਜਾਂਦਾ ਹੈ ਫੁੱਲ ਨੂੰ, ਇੱਕ ਦਿਨ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਵਿੱਚ ਹੀ ਸਮਾ ਜਾਂਦਾ ਹੈ। ਸਿੱਖਾ ਆਈ ਠੀਕ ਹੈ, ਤੂੰ ਕਿਸੇ ਨਾ ਕਿਸੇ ਕਾਰਨ ਦੇ ਨਾਲ ਆਈ, ਇੱਕ ਦਿਨ ਕਾਰਨ ਗੁਰੂ ਨੇ ਮਿਟਾ ਦੇਣਾ ਹੈ, ਪਿਆਰ ਪੈਦਾ ਕਰ ਦੇਣਾ, ਕਿਉਂਕਿ ਪਿਆਰ 'ਚ ਕੋਈ ਕਾਰਨ ਨਹੀਂ ਰਹਿ ਜਾਂਦਾ। ਫਿਰ ਆਈ ਜ਼ਰੂਰ। ਗੁਰੂ ਨੇ ਇੱਕ ਦਿਨ ਚੋਗ ਚੁਗਦੇ ਨੂੰ ਪ੍ਰੇਮ ਦਾ ਜਾਲ ਪਾ ਹੀ ਲੈਣਾ। ਪਰਿਕਰਮਾ ਕਰਦੇ ਨੂੰ ਸ਼ਬਦ ਦੀ ਲਾਟ ਨੇ ਉਹਦੇ ਔਗਣਾ ਨੂੰ ਸਾੜ ਦੇਣਾ ਹੈ ਜ਼ਰੂਰ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ, ਹਰ ਨਾਮਾ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇੱਕ ਦਿਨ ਸਮਾ ਜਾਏਗਾ। ਆਉਂਦੇ ਆਉਂਦੇ ਗੁਰੂ ਕਿਰਪਾ ਕਰਦੇ, ਜਿੱਦਾਂ ਦੇ ਆਏ ਆ ਉਦਾਂ ਦੇ ਨਾ ਮੁੜੀਏ। ਵਰਤੇਗੀ ਗੁਰੂ ਦੀ ਕਲਾ ਜਗਿਆਸੂ ਦੇ ਜੀਵਨ 'ਚ। ਤੋ ਉਸ ਅਸਥਾਨ ਤੇ ਬਹੁਰ ਨਾਵੈ, ਸਾਹਿਬ ਕਹਿੰਦੇ ਸੰਗਤ 'ਚ ਆਇਆ, ਦੁਬਾਰਾ ਮੁੜਿਆ ਨਹੀਂ ਗਿਆ। ਉੱਦਾਂ ਦੀ ਬਿਰਤੀ ਲੈ ਕੇ ਨਹੀਂ ਮੁੜਿਆ, ਉੱਦਾਂ ਦਾ ਸੁਭਾਅ ਲੈ ਕੇ ਨਹੀਂ ਮੁੜਿਆ, ਉਹ ਔਗਣ ਲੈ ਕੇ ਨਹੀਂ ਮੁੜਿਆ। ਅੰਤਰ ਹੋਏ ਗਿਆਨ ਪ੍ਰਗਾਸ, ਅੰਤਰ ਅੰਦਰ, ਅੰਦਰ ਕੀ ਹੈ ਸਾਡਾ ਮਨ ਹੈ, ਅੰਦਰ ਕੀ ਹੈ ਸਾਡੀ ਮੱਤ ਹੈ, ਅੰਦਰ ਕੀ ਹੈ ਸਾਡਾ ਚੇਤਾ ਹੈ, ਸਾਡੀ ਯਾਦ ਹੈ। ਜਦੋਂ ਉੱਥੇ ਗੁਰਦੇਵ ਕਹਿੰਦੇ ਪ੍ਰਗਾਸ਼ ਹੋਇਆ, ਮਨ ਵਿੱਚ, ਮੱਤ ਵਿੱਚ, ਚਿੱਤ ਵਿੱਚ। ਮਨ 'ਚ ਪ੍ਰਗਾਸ਼ ਹੋਇਆ, ਮਾੜੇ ਵਿਚਾਰ ਨਹੀਂ। ਮੱਤ ਵਿੱਚ ਪ੍ਰਗਾਸ਼ ਹੋਇਆ, ਮਾੜਾ ਨਿਰਣਾ ਨਹੀਂ। ਚਿੱਤ ਵਿੱਚ ਪ੍ਰਗਾਸ਼ ਹੋਇਆ, ਮਾੜੀ ਯਾਦ ਨਹੀਂ ਰਹੀ। ਨਾ ਮਾੜੀ ਯਾਦ ਰਹੀ ਹੈ, ਨਾ ਮਾੜਾ ਨਿਰਣਾ ਰਿਹਾ, ਨਾ ਮਾੜੀ ਮੱਤ ਰਹੀ ਹੈ। ਉਸ ਅਸਥਾਨ ਕਾ ਨਹੀਂ ਵਿਨਾਸ਼, ਉਸ ਅਵਸਥਾ ਦਾ ਵਿਨਾਸ਼ ਨਹੀਂ ਹੁੰਦਾ ਕਦੇ ਵੀ, ਜਿਹੜੀ ਅੰਤਰ ਪ੍ਰਗਾਸ਼ ਵਿੱਚੋਂ ਵਰਦੀ ਹੈ। ਮਨ ਤਨ ਨਾਮ ਰਤੇ ਇੱਕ ਰੰਗ, ਮਨ 'ਚ ਵਰਤਿਆ, ਤਨ 'ਚ ਵਰਤਿਆ। ਸੰਸਾਰ ਦਾ ਗਿਆਨ ਬਾਹਰੋਂ ਅੰਦਰ ਨੂੰ ਗਿਆ, ਜਿੰਨਾ ਵੀ ਆਪਾਂ ਲਿਆ ਬਾਹਰੋਂ ਅੰਦਰ ਨੂੰ। ਅੱਖਾਂ ਨਾਲ ਵੇਖਿਆ, ਕੰਨਾਂ ਨਾਲ ਸੁਣਿਆ, ਸਪਰਸ਼ ਕੀਤਾ ਤਵੱਚਾ ਨਾਲ, ਨਾਸਕਾ ਨਾਲ ਸੁੰਘਿਆ ਹੈ, ਰਸਨਾ ਨਾਲ ਚਖਿਆ। ਜਿਹਦੇ ਕੋਲ ਪੰਜ ਇੰਦਰੇ ਨਹੀਂ ਹੈ, ਮੰਨ ਲਓ, ਕਿੱਥੋਂ ਗਿਆਨ ਲੈ ਲੇਗਾ ਸੰਸਾਰ ਦਾ? ਜਿਹਦੇ ਕੋਲ ਕੰਨਾਂ 'ਚ ਸੁਣਨ ਦੀ ਸਮਰੱਥਾ ਨਾ ਹੋਏ, ਅੱਖਾਂ 'ਚ ਵੇਖਣ ਦੀ ਨਾ ਹੋਏ, ਨਾਸਕਾ 'ਚ ਸੁੰਘਣ ਦੀ ਨਾ ਹੋਏ, ਜ਼ੁਬਾਨ 'ਚ ਰਸ ਦੀ ਨਾ ਹੋਏ, ਕਿੱਥੋਂ ਸੰਸਾਰ ਦਾ ਅਨੁਭਵ ਲੈ ਲੇਗਾ? ਸੰਸਾਰ ਹਮੇਸ਼ਾ ਬਾਹਰੋਂ ਅੰਦਰ ਨੂੰ ਜਾਂਦਾ ਹੈ। ਧਰਮ ਅਨੁਭਵ ਹਮੇਸ਼ਾ ਅੰਦਰੋਂ ਬਾਹਰ ਨੂੰ ਪ੍ਰਗਟ ਹੁੰਦਾ ਹੈ। ਉਹਦਾ ਪ੍ਰਗਟਾਵਾ ਹੈ ਬਾਹਰੀ ਰੂਪ ਦੇ ਅੰਦਰ। ਸੰਸਾਰ ਦੇ ਦਰਵਾਜ਼ੇ ਬਾਹਰ ਨੂੰ ਖੁੱਲੇ ਨੇ, ਅਨੁਭਵ ਦਾ ਦਰਵਾਜ਼ਾ ਅੰਦਰ ਨੂੰ, ਜਿਹਨੂੰ ਸਾਹਿਬ ਕਹਿੰਦੇ ਗੁਰਦੁਆਰਾ ਲਾਏ ਭਾਵਨੀ ਇਕਨਾ, 10ਵਾਂ ਦੁਆਰ ਦਿਖਾਇਆ। ਉਹ ਕਿਹੜਾ? ਉਹ ਅਨੁਭਵ ਦਾ ਹੈ। ਤੋ ਜਿੱਥੇ ਗੁਰਦੇਵ ਕਹਿੰਦੇ ਫਿਰ ਮਨ ਤਨ ਨਾਮ ਰਤੇ ਇੱਕ ਰੰਗ, ਮਨ 'ਚ ਹੈ ਫਿਰ ਤਨ 'ਚ ਵੀ ਹੈ। ਇੱਕ ਰੰਗ ਪਿਆਰ ਦੇ ਵਿੱਚ ਰਤੇ ਗਏ। ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਉਹ ਸਦਾ ਹੀ ਮਾਲਕ ਦੇ ਸੰਗ ਰਹੇ। ਉਹਨਾਂ ਦਾ ਉੱਠਣਾ ਬਹਿਣਾ, ਹਰੇਕ ਕਰਮ, ਹਰੇਕ ਵਿਚਾਰ ਹੀ ਰੱਬੀ ਯਾਦ ਵੀ ਜੁੜੀ ਰਹੀ ਉਹਦੇ ਅਹਿਸਾਸ ਅੰਦਰ। ਤੇ ਗੁਰਦੇਵ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ, ਖਟਾਨਾ ਦਾ ਅਰਥ ਹੈ ਇੱਕ ਹੋ ਜਾਣਾ, ਦਵੈਤ ਨਹੀਂ ਰਹਿ ਜਾਣਾ। ਜਿਵੇਂ ਪਾਣੀ ਪਾਣੀ ਦੇ ਵਿੱਚ ਲੀਨ ਹੋ ਜਾਂਦਾ, ਦੁਬਾਰਾ ਨਹੀਂ ਕੱਢਿਆ ਜਾ ਸਕਦਾ ਕਿਸੇ ਵੀ ਰੂਪ ਦੇ ਅੰਦਰ, ਉਹਨੂੰ ਦੁਹਰਾ 'ਚ ਨਹੀਂ ਲਿਆਂਦਾ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਗੁਰਦੇਵ ਕਹਿੰਦੇ ਸੰਗਤ ਦੇ ਸਹਾਰੇ ਨਾਲ ਸਮਾ ਗਏ, ਉਹਨਾਂ ਨੂੰ ਦੁਹਰਾ 'ਚ ਨਹੀਂ ਲਿਆਂਦਾ ਜਾ ਸਕਦਾ। ਉਹ ਪਤਾ ਨਹੀਂ ਕਿਉਂ ਸਾਡੇ ਪੰਜਾਬ ਦੇ ਵਿੱਚ ਹੈ ਵੀ ਬਾਬਾ ਦੀਪ ਸਿੰਘ ਦੀ ਚੌਂਕੀ ਜੀ, ਫਲਾਣੀ ਚੌਂਕੀ, ਉਹ ਤੇ ਰੱਬ ਦੇ ਪਿਆਰੇ ਤੇ ਲੀਨ ਹੋ ਗਏ ਰੱਬ ਮਾਲਕ ਵਿੱਚ। ਬਿਲਕੁਲ ਨਹੀਂ ਕੱਢਿਆ ਜਾ ਸਕਦਾ। ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ,
ਹੁਕਮੈ ਬੂਝ ਸਮਾਵਾਂਗੇ। ਕਈਆਂ ਨੇ ਦੁਕਾਨਦਾਰੀਆਂ ਚਲਾਈਆਂ ਹੋਈਆਂ ਨੇ। ਗੁਰਦੇਵ ਜੀ ਬਖਸ਼ਿਸ਼ ਕਰਨ ਵਾਲੇ, ਰੱਬ ਦੇ ਪਿਆਰੇ। ਚਲੋ ਮੈਂ ਕਹਿੰਦਾ ਕਿਸੇ 'ਚ ਬਾਬਾ ਦੀਪ ਸਿੰਘ ਆਏ, ਉਹ ਪੰਥ ਵਾਸਤੇ ਤੁਰੇ ਫਿਰ, ਉਹ ਸਿਰ ਖਿਲਾਰ ਕੇ ਥੋੜਾ ਪੱਗ ਲਾ ਕੇ ਕੇਸ ਥੋੜਾ ਉਹ ਖਿਲਾਰੇਗਾ। ਆਏ ਕਿਸੇ 'ਚੋਂ ਬਿਰਤੀ, ਆਏ ਕਿਸੇ 'ਚੋਂ ਕਲਾ, ਉਹ ਮਾਨਵਤਾ ਦਾ ਧਰਮ ਦਾ ਭਲਾ ਕਰੇਗਾ, ਉਹ ਇਸ ਰੂਪ 'ਚ ਨਹੀਂ। ਤੋ ਮੇਰੇ ਗੁਰਦੇਵ ਕਹਿੰਦੇ ਉੱਥੇ ਵਖਰੇਵਾ ਨਹੀਂ ਰਹਿ ਜਾਣਾ ਕਦੇ ਵੀ, ਖਟਾਨਾ ਇੱਕ ਹੋ ਜਾਣਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸਮਾ ਗਏ ਸਾਨੂੰ ਤੇ ਫਿਰ ਯਾਦ ਆ ਜਾਂਦਾ ਹੈ ਸ਼ਰਾਧਾਂ 'ਚ ਵੀ ਬੇਬੇ ਬਾਪੂ ਭੁੱਖੇ ਹੋਣਗੇ। ਨਾਲੇ ਆਪਾਂ ਅਰਦਾਸਾਂ ਕੀਤੀਆਂ ਸੱਚੇ ਪਾਤਸ਼ਾਹ ਚਰਨਾਂ 'ਚ ਲੀਨ ਕਰ ਲਈ। ਨਾਲੇ ਆਪਾਂ ਰੌਲਾ ਪਾਇਆ ਜੀ ਅੰਤਮ ਅਰਦਾਸ ਹੈ ਜੀ, ਅੰਤਮ ਅਰਦਾਸ। ਅੰਤਮ ਅਰਦਾਸ ਦਾ ਫਿਰ ਅਰਥ ਕੀ ਰਹਿ ਗਿਆ? ਅੰਤਮ ਦਾ ਅਰਥ ਹੈ ਅਖੀਰ ਵਾਲੀ ਅਰਦਾਸ। ਅੰਤਿਮ ਅਰਦਾਸ ਤਾਂ ਜਿਹਦੇ ਤੋਂ ਬਾਅਦ ਸੰਸਾਰਿਕ ਕਿਰਿਆਵਾਂ ਮੁੱਕ ਗਈਆਂ ਉਹਦੀਆਂ ਹੁਣ, ਤੇ ਅਸੀਂ ਫਿਰ ਕੇਲੇ ਚੁੱਕੀ ਫਿਰਦੇ ਹਾਂ, ਸਾਲ ਬਾਅਦ ਫਿਰ ਮੰਜੀਆਂ ਚੁੱਕੀ ਫਿਰਦੇ ਹਾਂ, ਦੁਹਰਾ ਰਹੇ ਹਾਂ। ਸਾਨੂੰ ਪਤਾ ਨਹੀਂ ਉਹ ਚੀਜ਼ਾਂ ਦਾ, ਰਸਮਾਂ ਫੜੀਆਂ ਨੇ ਅਸੀਂ। ਪਰ ਜੇ ਆਪਾਂ ਅਰਦਾਸ ਕੀਤੀ ਹੈ ਵੀ ਚਰਨਾਂ ਵਿੱਚ ਨਿਵਾਸ ਬਖਸ਼ੀ, ਆਵਾਗਾਉਣ ਤੋਂ ਬਚਾਈ, ਫਿਰ ਤੇ ਪਿੱਛੇ ਕੁਝ ਰਹਿ ਹੀ ਨਹੀਂ ਗਿਆ, ਸਭ ਕੁਝ ਮੁੱਕ ਗਿਆ। ਪਰ ਮੇਰੇ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਜਿਹੜੇ ਅਨੁਭਵੀ ਰੂਪ ਅੰਦਰ ਰੱਬ ਦੇ ਪਿਆਰੇ ਸਮਾ ਗਏ ਉਹਦੇ ਅੰਦਰ, ਉੱਥੇ ਫਿਰ ਵਖਰੇਵਾ ਨਹੀਂ ਰਹਿ ਗਿਆ ਕਿਸੇ ਵੀ ਰੂਪ ਦਾ ਉਹਦੇ ਤੋਂ ਬਾਹਰ। ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤੀ ਸੰਗ ਜੋਤ ਸਮਾਣਾ, ਜੋਤੀ ਜੋਤ ਸਮਾਉਣਾ, ਇਹ ਸਰੀਰ ਦਾ ਮਰਨਾ ਨਹੀਂ ਮੈਨੂੰ ਕਹਿਣ ਦੇਣਾ। ਗੁਰਬਾਣੀ ਮੁਤਾਬਕ ਜੋਤੀ ਜੋਤ ਸਮਾਉਣਾ, ਸਰੀਰ ਵਿੱਚ ਰਹਿੰਦਿਆਂ ਹੀ ਯਾਦ ਕਰਕੇ, ਗੁਣਾ ਕਰਕੇ, ਭਾਣੇ ਕਰਕੇ ਉਹਦੇ 'ਚ ਲੀਨ ਹੋ ਜਾਣਾ। ਤੇ ਮਰਦੇ ਬਹੁਤ ਨੇ, ਜੋਤੀ ਜੋਤ ਬਹੁਤ ਘੱਟ ਸਮਾਉਂਦੇ ਨੇ। ਮਰਨਾ ਤੇ ਆਮ ਹੈ, ਜੋਤੀ ਜੋਤ ਸਮਾਉਣਾ ਆਮ ਨਹੀਂ। ਉਹ ਤੇ ਸਮਾਏ ਨੇ ਭਗਤ, ਉਹ ਸਮਾਏ ਨੇ ਗੁਰੂ ਸਾਹਿਬਾਨ। ਸਮਾਉਂਦਾ ਹੋਏਗਾ ਅੱਜ ਵੀ ਕਰੋੜਾਂ ਅਰਬਾਂ ਚੋਂ ਕੋਈ ਇੱਕ ਅੱਧਾ, ਇਹ ਨਹੀਂ ਵੀ ਨਹੀਂ ਸਮਾਉਂਦਾ ਹੋਏਗਾ, ਪਰ ਮਰਦੇ ਬਹੁਤ ਨੇ। ਜੋਤੀ ਜੋਤ ਕੋਈ ਸਰੀਰ 'ਚ ਵਿੱਚ ਇਹ ਅਵਸਥਾ ਹੈ, ਸਰੀਰ ਦੇ ਰਹਿੰਦਿਆਂ ਹੀ, ਸਰੀਰ ਦੇ ਰਹਿੰਦਿਆਂ ਹੀ ਉਹਦੇ 'ਚ ਭੇਦ ਹੋ ਜਾਣਾ। ਤੋ ਸਾਹਿਬ ਆਖਦੇ ਨੇ ਤਿਉਂ ਜੋਤੀ ਸੰਗ ਜੋਤ ਸਮਾਨਾ। ਸਮਾ ਗਈ ਜੋਤ ਜੋਤ ਅੰਦਰ, ਮਿਟ ਗਏ ਗਵਨ ਪਾਏ ਵਿਸ਼ਰਾਮ। ਗਵਨ ਭਟਕਣਾ, ਵਿਸ਼ਰਾਮ ਅਡੋਲਤਾ। ਉੱਥੇ ਗਵਨ ਮਿਟ ਗਏ, ਭਟਕਣਾ ਮਿਟ ਗਈ, ਵਿਸ਼ਰਾਮ ਨਿਜ ਘਰ ਮਿਲ ਗਿਆ। ਨਾਨਕ ਪ੍ਰਭ ਕੈ ਸਦ ਕੁਰਬਾਨ। ਧੰਨ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ, ਐਸੇ ਮਾਲਕ ਵਾਹਿਗੁਰੂ ਤੋਂ ਸਦੀਵੀ ਕੁਰਬਾਨ ਜਾਈਏ, ਸਦ ਹਮੇਸ਼ਾ। ਜਿਸ ਵਾਹਿਗੁਰੂ ਦੀ ਰਚਨਾ ਬੜੀ ਵੱਡੀ ਹੈ, ਜਿਹੜਾ ਕਰਨ ਕਰਾਵਣ ਵਾਹਿਗੁਰੂ ਕਾਲ ਪੁਰਖ, ਸਭ ਕੁਝ ਕਰਦਾ ਵੀ ਹੈ, ਸਭ ਕੁਝ ਕਰਾਉਂਦਾ ਵੀ ਹੈ। ਕੋਈ ਦੁਨੀਆ 'ਚ ਗਿਆਨੀ ਧਿਆਨੀ ਬੰਦਾ ਧਨੀ ਐਸਾ ਨਹੀਂ ਹੈ ਜੋ ਕਰ ਵੀ ਸਭ ਕੁਝ ਲੈਂਦਾ ਹੋਏ, ਕਰਵਾ ਵੀ ਸਭ ਕੁਝ ਲੈਂਦਾ ਹੋਏ। ਕਿਸੇ ਕੋਲ ਤਾਕਤ ਨਹੀਂ ਹੈ। ਇਹ ਕੇਵਲ ਮੇਰੇ ਮਾਲਕ ਵਾਹਿਗੁਰੂ ਤੇਰੇ ਕੋਲ ਸਮਰੱਥ ਹੈ, ਤੇ ਮੈਂ ਤੇਰੇ ਤੋਂ ਸਾਹਿਬ ਆਖਦੇ ਨੇ ਸਦਾ ਕੁਰਬਾਨ ਜਾਨਾ ਹੈ। ਗੁਰ ਕਿਰਪਾ ਕਰਨ, ਰੱਬੀ ਅਜ਼ਮਤ ਵਡਿਆਈ ਜਿਵੇਂ ਜਿਵੇਂ ਗੁਰੂ ਗਿਆਨ ਰਾਹੀਂ ਅਨੁਭਵ ਦੇ ਵਿੱਚ ਆਉਂਦੀ ਹੈ, ਸਾਡੀ ਵੀ ਭਟਕਣਾ ਔਗਣ ਮਿਟ ਜਾਂਦੇ ਨੇ। ਸਭਨਾਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।